ਖਰੜ ਦੇ ਸੈਕਟਰ 115 ਵਿੱਚ ਬਣੇ MTPL ਪ੍ਰੋਜੈਕਟ ਦਾ ਮੋਨਾ ਸਿਟੀ ਹੋਮਸ ਅੱਜਕੱਲ ਕਾਫੀ ਚਰਚਾਵਾਂ ਦੇ ਵਿੱਚ ਹੈ। ਅੱਜਕੱਲ ਇੱਥੋਂ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ। ਕਾਰਨ ਮੋਨਾ ਸਿਟੀ ਹੋਮਸ ਵਿੱਚ 11 ਮੰਜ਼ਿਲਾ ਇਮਾਰਤ ਖੜੀ ਕੀਤੀ ਗਈ ਹੈ। ਇੱਕ ਇਮਾਰਤ ਵਿੱਚ ਲੋਕ ਰਹਿ ਰਹੇ ਨੇ ਅਤੇ ਦੂਜੀ ਅਜੇ ਬਣ ਰਹੀ ਹੈ, ਜਿਨ੍ਹਾਂ ਦੇ ਦਰਮਿਆਨ ਬਿਲਡਰਸ ਵੱਲੋਂ ਬੇਸਮੈਂਟ ਦਾ ਰਸਤਾ ਦੇਣ ਦੇ ਲਈ ਰੈਂਪ ਲਈ ਖੁਦਾਈ ਕੀਤੀ ਜਾ ਰਹੀ ਹੈ, ਜਿਸ ਕਾਰਨ 11 ਮੰਜ਼ਿਲਾ ਟਾਵਰ ਵਿੱਚ ਤਰੇੜਾਂ ਪੈ ਗਈਆਂ ਨੇ। ਇਹਨਾਂ ਤਰੇੜਾਂ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਾਲ ਹੀ ਵਿੱਚ ਇਸੇ ਤਰ੍ਹਾਂ ਬੇਸਮੈਂਟ ਦੀ ਖੁਦਾਈ ਕਰਦੇ ਸਮੇਂ ਅੰਬਿਕਾ ਬਿਲਡਰਸ ਦੀ 3 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਸੀ, ਜਿਸ ਵਿੱਚ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਸੀ ਤੇ ਹੁਣ ਇਸ ਟਾਵਰ ਵਿੱਚ ਰਹਿ ਰਹੇ ਲੋਕਾਂ ਦਾ ਖਦਸ਼ਾ ਬਣਿਆ ਹੋਇਆ ਹੈ ਕਿ ਕਿਤੇ ਇਸ ਬਿਲਡਰ ਦੀ ਅਣਗਹਿਲੀ ਦੇ ਕਾਰਨ ਉਹਨਾਂ ਦੇ ਪਰਿਵਾਰਾਂ ਦੀਆਂ ਜਿਉਂਦਿਆਂ ਦੀਆਂ ਕਬਰ ਇਸ ਟਾਵਰ ਵਿੱਚ ਹੀ ਨਾ ਬਣ ਜਾਵੇ। ਕਈ ਬਸ਼ਿੰਦੇ ਤਾਂ ਬਿਲਡਰ ਤੋਂ ਆਪਣੇ ਪੈਸੇ ਵੀ ਵਾਪਸ ਮੰਗ ਰਹੇ ਨੇ, ਪਰ ਪੈਸੇ ਦੇ ਲਾਲਚੀ ਇਹ ਬਿਲਡਰ ਜਨਤਾ ਤੱਕ ਹੀ ਪ੍ਰਸ਼ਾਸਨ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਨੇ। ਸਾਡੀ ਟੀਮ ਵੱਲੋਂ ਗਰਾਊਂਡ ਜ਼ੀਰੋ ਤੇ ਜਾ ਕੇ ਸੱਚਾਈ ਘੋਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਨਤਾ ਨੇ ਆਪਣੇ ਨਾਲ ਹੋ ਰਹੇ ਮਾੜੇ ਵਤੀਰੇ ਤੋਂ ਵੀ ਜਾਣੂ ਕਰਵਾਇਆ। ਦੇਖੋ ਇਸ ਸੰਬੰਧੀ ਸਾਡੀ ਖਾਸ ਰਿਪੋਰਟ। ਖਰੜ ਦੇ 115 ਸੈਕਟਰ ਦੇ ਵਿੱਚ ਮੋਨਾ ਸਿਟੀ ਹੋਮਸ ਦੇ ਵਿੱਚ ਕਈ ਬਹੁਤ ਜ਼ਿਆਦਾ ਅਨਿਯਮਤਾਵਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪਈਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਬਹੁਤ ਵੱਡਾ ਖਤਰਾ ਸੀ ਜਿਹੜਾ ਕਿ ਹੁਣ ਟਲਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਇੱਥੋਂ ਦੇ ਸਥਾਨਕ ਲੋਕਾਂ ਵੱਲੋਂ ਇੱਕ ਆਵਾਜ਼ ਚੱਕੀ ਗਈ ਸੀ ਕਿ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਰੈਂਪ ਜਿਹੜਾ ਹੈ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਯਾਨੀ ਕਿ ਇੱਥੇ ਪੁਟਾਈ ਕੀਤੀ ਜਾ ਰਹੀ ਸੀ ਤੇ ਇਸ ਤੇ ਬੇਸਮੈਂਟ ਦਾ ਜਿਹੜਾ ਰਸਤਾ ਹੈ ਇੱਥੇ ਬਣਾਇਆ ਜਾਣਾ ਸੀ। ਪਰ ਇਹਦੇ ਨਾਲ ਜਿਹੜੀ ਇਮਾਰਤ 11 ਮੰਜ਼ਿਲਾ ਇਮਾਰਤ ਹੈ, ਇੱਥੇ ਦੇ ਵਸਨੀਕਾਂ ਵੱਲੋਂ ਇਹ ਕੰਮ ਆ ਕੇ ਰੁਕਵਾ ਦਿੱਤਾ ਗਿਆ, ਕਿਉਂਕਿ ਇਹਨਾਂ ਨੂੰ ਡਰ ਸੀ ਕਿ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਖੰਭੇ ਲੱਗੇ ਨੇ ਉਹਨਾਂ ਦੇ ਵਿੱਚ ਤਰੇੜਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਤੇ ਕਦੀ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੁਟਾਈ ਦਾ ਕੰਮ ਚੱਲਦਾ ਪਿਆ ਸੀ। ਮੋਨਾ ਸਿਟੀ ਹੋਮਸ ਹੈ ਸੈਕਟਰ 115 ਖਰੜ ਦਾ, ਜਿੱਥੇ ਕਿ ਪ੍ਰਸ਼ਾਸਨ ਵੀ ਇੱਥੇ ਆਇਆ, ਉਹਨਾਂ ਵੱਲੋਂ ਕੰਮ ਵੀ ਰੁਕਵਾਇਆ ਗਿਆ। ਸਵਾਲ ਇਹ ਉੱਠਦਾ ਹੈ ਕਿ ਆਖਿਰ ਜੋ ਸਥਾਨਕ ਲੋਕਾਂ ਵੱਲੋਂ ਆਵਾਜ਼ ਨਾ ਚੁੱਕੀ ਜਾਂਦੀ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਤੋਂ ਪਹਿਲਾਂ ਵੀ ਖਰੜ ਦੇ ਵਿੱਚ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ 3 ਮੰਜ਼ਿਲਾ ਇਮਾਰਤ ਮਿੰਟਾਂ ਦੇ ਵਿੱਚ ਡਿੱਗ ਪਈ ਸੀ ਤੇ ਉਸ ਦੇ ਵਿੱਚ ਕਈ ਜਾਨੀ ਮਾਲ ਦਾ ਨੁਕਸਾਨ ਵੀ ਹੋਇਆ ਸੀ ਤੇ ਪ੍ਰਸ਼ਾਸਨ ਜਿਹੜਾ ਹੈ ਚੁੱਪੀ ਕਰਕੇ ਬੈਠ ਗਿਆ ਸੀ। ਉਸੇ ਤਰ੍ਹਾਂ ਦਾ ਹਾਦਸਾ ਇੱਥੇ ਵੀ ਦੇਖਿਆ ਜਾ ਸਕਦਾ ਸੀ ਜੇਕਰ ਸਥਾਨਕ ਲੋਕ ਨੇ ਇੱਥੋਂ ਦਾ ਕੰਮ ਨਾ ਰੁਕਵਾਉਂਦੇ। और हमारे इश्यूज़ बहुत सारे हैं यहाँ पे, लेकिन जो आज मेजर इशू है ये उन्होंने रैंप बना रहे थे, तो रैंप बनाते बनाते ये बिल्डिंग के जो 2 पिलर्स हैं वो क्रैक हो गए। तो हमने इनको बड़ी रिक्वेस्ट की थी कि सर आप इसका कुछ करो, हल करो, तो वो भी अपना लेके नहीं करें जी, लेकिन इन्होंने JCP चलाते रहे, वो उन्होंने रोका नहीं। तो हमने कितना बार बोला कि आप रोक दो, कम से कम पहले किसी आप इंजीनियर को ले आओ, वो स्ट्रक्चर चेक करेगा, उसके हिसाब से सारे काम होंगे, लेकिन ये माने नहीं। फिर सर वो पुलिस आ गई, पुलिस ने भी आश्वासन दे दिया हमें कि जी कुछ नहीं होगा सर, आप टेंशन नहीं लो। फिर इन्होंने उनसे भी बात करी, हमसे भी बात करी। लगता है कोई बड़ा हादसा हो सकता था अगर बिल्कुल सर, बड़ा हादसा क्यों नहीं हो सकता। ये आप अभी पीछे अंबिका ग्रीन्स में हुआ है, पूरी बिल्डिंग गिर गई, वहाँ 6 लोग मरे। अब यहाँ पर आप पूरी आगे देखिए, फ्रंट में बैक में कम से कम 80 फैमिलियाँ रह रही हैं। अगर एक स्ट्रक्चर गिर, मेन क्वेश्चन जो हमारा आज का मुद्दा है ये सबसे मेन है। यहाँ पे जो कहानी रैंप, सर ये लाइफ एंड डेथ, मरने जीने वाली कहानी है। अगर भगवान न करे बिल्डिंग खिसक गई, ये सारा स्ट्रक्चर नीचे आ जाएगा, इसमें 80 परिवारों की कब्र बन जाएगी। एक के साथ एक जुड़ा हुआ है, सब जुड़े हुए हैं सर, एक से एक के साथ एक जुड़े हुए हैं। और उसको भी छोड़िए, अगर हल्का सा अर्थक्वेक अभी आया, आपने देखा पीछे 1 हफ्ते 1.5-2 हफ्ते पहले अर्थक्वेक आया, बड़ा ज़बरदस्त अर्थक्वेक आया, हिल गई थी पूरी बिल्डिंग। अब ये स्ट्रक्चर जो उन्होंने निकाला है, अगर फिर से भगवान न करे अर्थक्वेक आ गया तो ये बिल्डिंग तो गिरनी बाकी सब गिरे ना गिरे, लेकिन ये तो गिरनी क्योंकि ये जब ज़मीन नीचे से निकाल ली हमने, सारा मिट्टी निकाल ली नीचे से, वो रुकेगी कहाँ सर। ਅੱਜ ਜਿਹੜੀ ਜੇ ਲੇਟੈਸਟ ਦੀ ਗੱਲ ਕਰੀਏ, ਇਹਨਾਂ ਨੇ ਇੱਕ ਰੈਂਪ ਬਣਾਉਣਾ ਸ਼ੁਰੂ ਕੀਤਾ।
ਜੋ ਕਿ ਰੈਂਪ ਪਹਿਲਾਂ ਬਣਨਾ ਚਾਹੀਦਾ ਸੀ। ਉਹ ਰੈਂਪ ਬਣਾਉਂਦਿਆਂ ਇਹਨਾਂ ਨੇ ਥੱਲੇ ਇੰਨੀ ਖੁਦਾਈ ਕਰਨੀ ਸ਼ੁਰੂ ਕਰਤੀ, ਜਿਹਦੇ ਕਾਰਨ ਜਿਹੜੇ ਸਾਡੇ ਮਤਲਬ ਪਿਲਰ ਨੇ 11 ਮੰਜ਼ਲੀ ਬਿਲਡਿੰਗ ਹੈਗੀ ਆ ਉਹਦੇ ਡੈਮੇਜ ਹੋਣੇ ਸ਼ੁਰੂ ਹੋ ਗਏ। ਅਸੀਂ ਇਹਨਾਂ ਨੂੰ ਕਿਹਾ ਕਿ ਇਹਨੂੰ ਖੁਦਾਈ ਨੂੰ ਬੰਦ ਕਰ ਦਿਓ ਔਰ ਦੈਨ ਇਹਨੂੰ ਪ੍ਰੋਪਰਲੀ ਪੂਰ ਕਰ ਦਿਓ, ਇਹ ਤੁਹਾਡੀ ਤੁਸੀਂ ਬਿਲਡਿੰਗ ਨੂੰ ਨੁਕਸਾਨ ਪਹੁੰਚਾ ਰਹੇ ਹੋ। ਲੇਕਿਨ ਇਹਨਾਂ ਨੇ ਉਹ ਬੰਦ ਕਰਨ ਦੀ ਬਜਾਏ, ਜੋ ਕਿ ਅੱਗੇ ਕੰਮ 11 ਵਜੇ ਸਟਾਰਟ ਕਰਦੇ, ਅੱਜ 9 ਵਜੇ ਆ ਕੇ ਸਟਾਰਟ ਕਰਤਾ ਇਹਨਾਂ ਨੇ। ਔਰ ਨਾਲ ਇਹਨਾਂ ਨੇ ਗੁੰਡੇ ਖੜਾਏ ਹੋਏ ਸੀਗੇ, ਘੱਟੋ ਘੱਟ 25-30 ਬੰਦੇ ਇਹਨਾਂ ਨੇ ਨਾਲ ਬਾਹਰੋਂ ਬੰਦੇ, ਜਿਹੜੀ ਚੀਜ਼ ਕਹਿ ਸਕਦੇ ਆ ਕਿ ਇਹਨਾਂ ਦੇ ਸਪੋਰਟਰ ਸੀਗੇ, ਉਹ ਖੜੇ ਕੀਤੇ ਹੋਏ ਸੀ। ਧਮਕੀਆਂ ਸਰ ਮੈਨੂੰ ਤਾਂ ਬਹੁਤ ਮਿਲ ਰਹੀਆਂ ਨੇ ਔਰ ਮੈਨੂੰ ਸਰਿਆਮ ਕਿਹਾ ਗਿਆ ਕਿ ਤੈਨੂੰ ਤਾਂ ਤੂੰ ਰਾਤ ਨੂੰ ਗੈਪ ਕਰ ਦਿਆਂਗੇ, ਤੂੰ ਜ਼ਿਆਦਾ ਮੋਹਰੀ ਬਣਿਆ ਹੋਇਆ। ਸਰ ਮੈਨੂੰ ਇੱਕ ਚੀਜ਼ ਦੱਸੋ, ਕਿ ਲੋਕਾਂ ਦੀ ਜਾਨ ਦੇ ਲਈ ਖਿਲਵਾੜ ਹੁੰਦਾ ਦੇਖ ਸਕਦੇ ਹਾਂ ਅਸੀਂ? ਕਿ ਸੱਚ ਬੋਲਣਾ ਇੰਨਾ ਗੁਨਾਹ ਹੋ ਗਿਆ ਕਿ ਸਾਨੂੰ ਗੈਪ ਕਰਨ ਦੀਆਂ ਧਮਕੀਆਂ ਆ ਰਹੀਆਂ ਹੈਗੀਆਂ। ਬਿਲਡਰ ਨੇ ਜੋ ਸਭ ਜਵਾਬ ਦਿਖਾਏ ਸੀ ਸਾਨੂੰ, ਉਹਦੇ 1% ਵੀ ਪੂਰੇ ਨਹੀਂ ਕੀਤੇ। 99% ਕਦੋਂ ਪੂਰੇ ਹੋਣਗੇ ਉਹ ਰੱਬ ਜਾਣਦਾ। ਪਹਿਲੀ ਗੱਲ ਤਾਂ ਸਾਡੇ ਕੋਲ ਪੋਜੈਸ਼ਨ ਲੈਟਰ ਹੈ ਨਹੀਂ ਆ, ਠੀਕ ਹੈ ਜੀ, ਬਿਨਾਂ ਪੋਜੈਸ਼ਨ ਤੋਂ ਇਲੀਗਲ ਤਰੀਕੇ ਨਾਲ ਸਾਨੂੰ ਬਿਠਾਇਆ ਹੋਇਆ। ਔਰ ਦੂਸਰੀ ਗੱਲ ਕਿ ਨਾ ਇਹਦੇ ਕੋਲੇ ਬਿਲਡਰ ਕੋਈ OC ਆ ਨਾ CC ਆ, ਮਤਲਬ ਕੰਪਲੀਸ਼ਨ ਸਰਟੀਫਿਕੇਟ, ਆਕੂਪੇਸ਼ਨ ਸਰਟੀਫਿਕੇਟ ਤੋਂ ਬਿਨਾਂ ਇਹ ਸਾਨੂੰ ਬਿਠਾ ਹੀ ਨਹੀਂ ਸੀ ਸਕਦਾ। ਸਰੇਆਮ ਸ਼ੋ ਹੁੰਦਾ ਕਿ ਸਾਨੂੰ ਅਨਥਰਾਈਜ਼ ਮਤਲਬ ਤਰੀਕੇ ਨਾਲ ਬਿਠਾਇਆ ਹੋਇਆ। ਮਤਲਬ ਕਿ ਆਪਾਂ ਇੰਨਾ ਪੈਸਾ ਦੇ ਕੇ ਵੀ ਆਪਾਂ ਪਿੰਡ ਵਾਲੇ ਮਾਹੌਲ 'ਚ ਰਹਿ ਰਹੇ ਹਾਂ। ਆਪਾਂ ਇੰਨਾ ਪੈਸਾ ਕੋਈ ਦੇ ਕੇ ਸਾਨੂੰ ਜੋ ਪ੍ਰੋਮਿਸ ਕੀਤੇ, ਸਾਨੂੰ ਪ੍ਰੋਮਿਸ ਫੁਲਫਿਲ ਨਹੀਂ ਕੀਤੇ ਉਹਨਾਂ ਨੇ। ਜੋ ਉਹਨਾਂ ਨੇ ਫੈਸਿਲਿਟੀ ਪ੍ਰੋਵਾਈਡ ਕਰਨੀ ਸੀ ਸਾਨੂੰ ਕੀਤੀ ਨਹੀਂ ਨੇ ਬਿਲਕੁਲ ਵੀ। ਜਦੋਂ ਉਹਨਾਂ ਕੋਲੋਂ ਕੁਝ ਕਹਿਣ ਜਾਓ ਤਾਂ ਧਮਕੀਆਂ ਦਿੰਦੇ ਹਨ ਤੇ ਜਾਂ ਤਾਂ ਕੁਝ ਤੁਹਾਨੂੰ ਡਰਾ ਦੇਣਗੇ ਜਾਂ ਤਾਂ ਹਨਾ ਜੀ, ਜਾਂ ਕੁਝ ਤੁਹਾਨੂੰ ਗੋਲੀ ਦੇ ਦੇਣਗੇ, ਤੁਹਾਨੂੰ ਲੋਲੀਪੌਪ ਦੇ ਦਿੰਦੇ ਆ। ਸਾਰੇ ਗਏ, ਅੱਜ ਇਹਨਾਂ ਨੇ ਕਿਹਾ ਜੀ ਅਸੀਂ 100 ਨੰਬਰ ਤੇ ਫੋਨ ਕਰਦੇ ਹਾਂ, ਅਸੀਂ ਪੁਲਿਸ ਬੁਲਾਵਾਂਗੇ। ਅਸੀਂ ਕਿਹਾ ਬੁਲਾ ਲਓ ਤੁਸੀਂ ਪੁਲਿਸ, ਅਸੀਂ ਕਿੱਥੇ ਗਲਤ ਹੈ? ਅਸੀਂ ਪੈਸੇ ਦਿੱਤੇ ਹੈ, ਅਸੀਂ ਬੇਸਿਕ ਰਿਕੁਆਇਰਮੈਂਟ ਹੀ ਮੰਗ ਰਹੇ ਹਾਂ। ਜੋ ਅਸੀਂ ਦਿੱਤਾ ਹੈ ਉਹਦੇ ਵਿੱਚ ਜਿਹੜਾ ਕੁਝ ਬਣਦਾ ਉਹ ਦਿਓ ਸਾਡਾ, ਇਹਦੇ 'ਚ ਤਾਂ ਕੋਈ ਗਲਤ ਗੱਲ ਨਹੀਂ ਹੈ। ਫਿਰ ਪੁਲਿਸ ਵੀ ਬਿਲਕੁਲ ਨਾਲੇ ਆਪਾਂ ਹੀ ਕੰਮ ਕਰੀ ਜਾਂਦੇ, ਕੁਝ ਵੀ ਪੁੱਠੇ ਕੰਮ। ਉੱਥੇ ਖੁਦਾਈ ਕਰਤੀ, ਸਾਡਾ ਗਿਰ ਜਾਏ ਬਿਲਡਿੰਗ, ਕੌਣ ਦੇਖੂਗਾ ਗੱਲ ਨੂੰ? ਅਸੀਂ ਤਾਂ ਇੱਥੇ ਮਰ ਜਾਣੇ, ਬੱਚੇ ਆ ਸਾਡੇ ਵੀ ਯਾਰ, ਅਸੀਂ ਕਰ ਲਿਆ, ਕੋਈ ਜੱਬ ਥੋੜੀ ਲਈ ਆਪਾਂ। ਬੰਦਾ ਰਹਿਣ ਨਹੀਂ ਦਿੰਦਾ, ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ, ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਜੀ। ਬਿਲਕੁਲ ਨਾ ਸਾਨੂੰ ਕੋਈ ਦੱਸਿਆ ਜਾਂਦਾ ਕਿ ਆਪਾਂ ਕੁਝ ਇੱਦਾਂ ਕੰਮ ਸਟਾਰਟ ਕਰ ਰਹੇ ਹਾਂ। ਕਦੀ ਨਕਸ਼ਾ ਇਹਨਾਂ ਦਾ ਕੁਝ ਪਾਸ ਹੁੰਦਾ, ਕਦੀ ਕੁਛ ਚੇਂਜ ਕਰਦੇ, ਕਦੀ ਕੁਛ ਚੇਂਜ ਕਰਦੇ ਇਹ। ਨਹੀਂ ਜੀ, ਹਜੇ ਕੋਈ ਜਿਹੜੇ ਸਾਨੂੰ ਵਾਅਦੇ ਕੀਤੇ ਗਏ ਸੀਗੇ ਉਹ ਕੋਈ ਮਤਲਬ ਮੈਕਸਿਮਮ ਜਿਹੜੇ ਹੈਗੇ ਉਹ ਅਨਫੁਲਫਿਲ ਨੇ, ਹਜੇ ਦਿੱਤੇ ਨਹੀਂ ਗਏ ਸਾਨੂੰ। ਔਰ ਫਿਲਹਾਲ ਤੇ ਸਾਨੂੰ ਲੋਲੀਪੌਪਸ ਦਿੱਤੀਆਂ ਜਾ ਰਹੀਆਂ। ਮੈਨੂੰ ਤੇ ਮੈਂ ਤੇ ਜੀ ਇਹ ਕਹਿੰਦਾ ਜੀ, ਜਿੰਨੇ ਪੈਸੇ ਮੈਂ ਦਿੱਤੇ ਸੀ ਮੈਨੂੰ ਉਨੇ ਹੀ ਦੇ ਦਿਓ, ਮੈਂ ਤੇ ਵਾਪਸ ਲੁਧਿਆਣੇ ਹੀ ਚਲੇ ਜਾਣਾ ਜੀ। ਬਟ ਕੀ ਕਰੀਏ ਜੀ, ਹੁਣ ਬਿਲਡਰਾਂ ਕੋਲ ਪੈਸੇ ਹੀ ਨਹੀਂ ਹੈਗੇ। ਉਹ ਤਾਂ ਕਹਿੰਦੇ ਜੀ ਕੀ ਦੱਸੀ, ਹੁਣ ਛੱਡੋ ਸਟੋਰੀ ਹੈ। ਇਸ ਸੰਬੰਧੀ ਜਦੋਂ ਕੰਪਨੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਿਲਡਿੰਗ ਪੂਰੀ ਤਰ੍ਹਾਂ ਸੁਰੱਖਿਅਤ ਹੈ। ਆਓ ਸੁਣਾਉਂਦੇ ਹਾਂ ਕੰਪਨੀ ਦਾ ਪੱਖ। ਅੱਛਾ, ਇੱਥੋਂ ਦੇ ਮੋਨਾ ਸਿਟੀ ਦੇ ਜਿਹੜੇ ਵਸਨੀਕ ਨੇ ਉਹਨਾਂ ਦੇ ਕਈ ਤਰ੍ਹਾਂ ਦੇ ਐਲੀਗੇਸ਼ਨ ਨੇ। ਸਭ ਤੋਂ ਪਹਿਲਾਂ ਜਿਹੜਾ ਰੈਂਪ ਬਣਾਇਆ ਜਾ ਰਿਹਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ ਜੇ ਉੱਥੋਂ ਉਹ ਲੋਕ ਜਿਹੜੇ ਕੰਮ ਕਰ ਰਹੇ ਸੀ ਉੱਥੋਂ ਨਾ ਰੋਕਦੇ। ਪੁਲਿਸ ਵੀ ਬੁਲਾਈ ਗਈ, ਡਿਪਾਰਟਮੈਂਟ ਵੀ ਬੁਲਾਇਆ ਗਿਆ। ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖੋ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਰੈਂਪ ਦੇ ਰਿਲੇਟਡ ਹੈ, ਪੁਲਿਸ ਬੁਲਾਈ ਗਈ, ਹੋਰ ਚਲ ਗਿਆ, ਉਹ ਇੱਕ ਤਰ੍ਹਾਂ ਦਾ ਨਾ ਹਿਊਮਰ ਜਿਹਾ ਮਚ ਗਿਆ ਇੱਕਦਮ। ਪੁਲਿਸ ਇਸ ਕਰਕੇ ਬੁਲਾਈ ਗਈ ਕਿਉਂਕਿ ਕਸਟਮਰ ਇੱਕਦਮ ਇਕੱਠੇ ਹੋ ਕੇ, ਜਿਹੜਾ ਆਪਣਾ ਆਫਿਸ ਹੈ ਇਹਦੇ ਬਾਹਰ ਆ ਕੇ ਇਕੱਠੇ ਹੋ ਗਏ, ਕਾਰਾਂ ਕੂਰਾਂ ਜਿਹੀਆਂ ਲਾਉਣ ਲੱਗ ਗਏ, ਤਾਂ ਉਹ ਹੈਪਹੈਜ਼ਰਡ ਵੇ ਮੇ ਸਾਰਾ ਕੁਝ ਵਿਖਣ ਲੱਗ ਗਿਆ। ਇਸ ਕਰਕੇ ਪੁਲਿਸ ਬੁਲਾਈ। ਪੁਆਇੰਟ ਪਹਿਲਾਂ ਪੁਲਿਸ ਬੁਲਾਉਣ ਦਾ ਤਾਂ ਇਹ ਹੈ। ਉਹ ਤੋਂ ਬਾਅਦ ਜਿਹੜਾ ਉਹਨਾਂ ਦਾ ਮੇਨ ਕੰਸਰਨ ਸੀਗਾ ਵੀ ਉੱਥੇ ਸਾਨੂੰ ਦਿੱਕਤ ਆ ਸਕਦੀ ਹੈ, ਬਿਲਡਿੰਗ ਗਿਰ ਸਕਦੀ ਹੈ, ਉਹਦੇ ਰਿਗਾਰਡਿੰਗ ਅਪਰੋਚ ਕਸਟਮਰਾਂ ਨੇ ਟੈਕਨੀਕਲ ਟੀਮ ਜਿਹੜੀ ਆਪਣੀ ਮਿਊਨਿਸਪਲ ਕਮੇਟੀ ਦੇ ਟੈਕਨੀਕਲ ਬੰਦੇ ਹੁੰਦੇ ਆ ਉਹਨਾਂ ਨੂੰ ਕੀਤਾ। ਉਹਨਾਂ ਨੇ ਵਿਜ਼ਿਟ ਕੀਤਾ ਸਾਈਟ ਦੇ ਉੱਪਰ। ਸੋ ਫਾਰ ਉੱਥੇ ਆਪਣੇ ME ਆਏ ਸੀਗੇ, EO ਆਏ ਸੀਗੇ ਅਤੇ 2-4 ਹੋਰ ਟੈਕਨੀਕਲ ਬੰਦੇ ਸੀਗੇ, ਮੈਨੂੰ ਉਹਨਾਂ ਦਾ ਡੈਜ਼ਿਗਨੇਸ਼ਨ ਨਹੀਂ ਪਤਾ। ਬਟ ਉੱਥੇ ਜਦੋਂ ਵੀ ਉਹ ਬੰਦੇ ਆਏ ਉਹਨਾਂ ਨੇ ਓਬਜ਼ਰਵ ਕੀ ਕੀਤਾ ਬੇਸਿਕਲੀ ਕਿ ਜਿਹੜਾ ਆਪਣਾ ਬ੍ਰਿਕ ਵਰਕ ਹੁੰਦਾ ਹੈ, ਬ੍ਰਿਕ ਵਰਕ ਦੇ ਵਿੱਚ ਕਰੈਕ ਹੈ। ਕਿਉਂਕਿ ਜਦੋਂ ਬ੍ਰਿਕ ਵਰਕ ਕਿਤੇ ਵੀ, ਕਿਉਂਕਿ ਸਾਡੇ ਹੈਗੇ ਲੋਡ ਬੇਅਰਿੰਗ ਸਟਰਕਚਰ, ਸਾਰੇ ਲੋਡ ਬੇਅਰਿੰਗ ਸਟਰਕਚਰ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਵੀ ਲੋਡ ਹੁੰਦਾ ਹੈ ਬਿਲਡਿੰਗ ਦਾ ਉਹ ਕਾਲਮ ਤੇ ਬੀਮਸ ਦੇ ਉੱਪਰ ਚੱਲਦਾ ਹੈ। ਤੇ ਜਿਹੜੀਆਂ ਬ੍ਰਿਕ ਵਰਕ ਹੁੰਦੀਆਂ ਨੇ ਇਹ ਲੋਡ ਬੇਅਰਿੰਗ ਡਿਜ਼ਾਈਨ ਨਹੀਂ ਹੁੰਦਾ ਇਹਨਾਂ ਦੇ ਵਿੱਚ, ਫਰੇਮਡ ਸਟਰਕਚਰ ਦੇ ਵਿੱਚ ਇਹ ਪਾਰਟੀਸ਼ਨ ਵਾਲਸ ਦਾ ਕੰਮ ਹੀ ਐਕਟ ਕਰਦੀਆਂ ਨੇ ਤੇ ਲੋਡ ਨਹੀਂ ਲੈਂਦੀਆਂ। ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ, ਜਿਹੜਾ ਤੁਸੀਂ ਕਰੈਕ ਦੀ ਗੱਲ ਕਰ ਰਹੇ ਨੇ ਜਿਹੜੇ ਕਸਟਮਰ, ਉਹ ਬ੍ਰਿਕ ਵਰਕ ਦੇ ਵਿੱਚ ਆਇਆ 4 ਇੰਚੀ ਦੇ ਵਿੱਚ, ਕਿਉਂਕਿ ਐਡਜੋਨਿੰਗ ਰੈਂਪ ਬਣ ਰਿਹਾ। ਰੈਂਪ ਜਦ ਬਣ ਰਿਹਾ, ਐਕਸਕੇਵੇਸ਼ਨ ਹੁੰਦੀ ਹੈ ਤਾਂ ਉੱਥੋਂ ਹਲਕੀ ਫੁਲਕੀ ਮਿੱਟੀ ਸਲਾਈਡ ਹੋ ਜਾਂਦੀ ਹੈ ਤੇ ਥੱਲੇ ਖਾਲੀ ਹੋ ਜਾਂਦੀ ਹੈ ਜਗ੍ਹਾ। ਬ੍ਰਿਕ ਵਰਕ ਦੇ ਵਿੱਚ ਕਰੈਕ ਦਾ ਆਉਣ ਦਾ ਕਾਰਨ ਇਹੀ ਹੈ ਕਿਉਂਕਿ ਕਸਟਮਰਾਂ ਨੂੰ ਬੀਇੰਗ ਟੈਕਨੀਕਲ ਨਹੀਂ ਪਤਾ ਸੀਗਾ, ਸਾਡੀ ਗੱਲ ਉਹ ਨਹੀਂ ਮੰਨ ਰਹੇ ਸੀਗੇ। ਇਸ ਕਰਕੇ ਟੈਕਨੀਕਲ ਟੀਮ ਆਈ ਕਮੇਟੀ ਦੀ, MC ਦੀ, ਸਾਡੇ ਸਾਰੇ ਨਕਸ਼ੇ ਅਪਰੂਵਡ ਨੇ ਮਿਊਨਿਸਪਲ ਕਮੇਟੀ ਤੋਂ, ਜੋ ਰਿਕੁਆਇਰਮੈਂਟਸ ਹੈ ਪ੍ਰੋਜੈਕਟ ਦੀਆਂ ਉਹ ਅਪਰੂਵਡ ਹੋਈਆਂ ਨੇ। ਤੇ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ, ਉਹਨਾਂ ਨੇ ਆਪਣੇ ਵੱਲੋਂ ਤਾਂ ਸਾਨੂੰ ਕਿਹਾ ਕਿ ਇਹਦੇ 'ਚ ਕੋਈ ਦਿੱਕਤ ਨਹੀਂ ਹੈਗੀ, ਬਟ ਫॉर ਦੀ ਸੈਟਿਸਫੈਕਸ਼ਨ ਆਫ ਦੀ ਕਸਟਮਰਸ ਉਹਨਾਂ ਨੇ ਟੈਕਨੀਕਲ ਟੀਮ ਨੇ, ਕਮੇਟੀ ਦੀ ਟੈਕਨੀਕਲ ਟੀਮ ਨੇ ਸਟਰਕਚਰ ਇੱਥੇ ਆਪਣੇ ਕੰਸਲਟੈਂਟ ਨੇ ਕੋਈ ਸਿਆਲ ਸਾਹਿਬ ਕਰਕੇ
ਤੇ ਉਹਨਾਂ ਦੇ ਨਾਲ ਇੱਕ ਟਾਈਮ ਸੈੱਟ ਕੀਤਾ ਮੇਬੀ ਮੰਡੇ। ਇੱਕ ਤਾਂ ਇਹ ਪੁਆਇੰਟ। ਦੂਜਾ, ਜਿੱਥੋਂ ਅਸੀਂ ਰੈਂਪ ਬਣਾ ਰਹੇ ਹਾਂ ਉਹਦੇ ਵਿੱਚ ਜਿਹੜੀ ਮਿੱਟੀ ਸੀਗੀ ਹੋਰ ਇਰੋਡ ਨਾ ਹੋਵੇ ਐਕਸੀਬਿਸ਼ਨ ਦੇ ਟਾਈਮ, ਉਹਦੇ ਪ੍ਰੋਵੀਜ਼ਨ ਦੇ ਲਈ ਅਸੀਂ ਮਿੱਟੀ ਦੇ ਰੇਤੇ ਦੇ ਬੈਗ ਭਰ ਕੇ ਲਾਤੀ ਹੈ ਸੋ ਦੈਟ ਕਿ ਉਹ ਉੱਥੋਂ ਇਰੋਡ ਨਾ ਹੋਵੇ। ਨਹੀਂ, ਉਹਨਾਂ ਦਾ ਮੰਨਣਾ ਇਹ ਕਹਿਣਾ ਉਹਨਾਂ ਦਾ ਕਿ ਜਿਹੜਾ ਰੈਂਪ ਤੁਸੀਂ ਹੁਣ ਬਣਾ ਰਹੇ ਹੋ, ਕਿਉਂਕਿ ਸਟਰਕਚਰ 11 ਮੰਜ਼ਿਲਾ ਖੜਾ ਹੋਇਆ, ਜਿਹੜਾ ਰੈਂਪ ਤੁਸੀਂ ਹੁਣ ਬਣਾ ਰਹੇ ਹੋ ਕਿਉਂ ਉਹਨੂੰ ਪਹਿਲਾਂ ਸ਼ੁਰੂ ਤੋਂ ਉਹ ਤਿਆਰ ਕਰਨਾ ਸੀ, ਫਿਰ ਉਹ ਰੈਂਪ ਜਿਹੜਾ ਪਹਿਲਾਂ ਬਣਾਉਣਾ ਸੀ, ਜਿਹੜਾ ਬਿਲਡਿੰਗ ਬਣਾ ਕੇ ਤੁਸੀਂ ਉਹ ਰੈਂਪ ਬਣਾਉਂਦੇ ਪਏ ਹੋ, ਕੱਲ ਨੂੰ ਕੋਈ ਵੀ ਵੱਡਾ ਹਾਦਸਾ ਹੋ। ਜਿਹੜਾ ਰੈਂਪ ਹੈ ਨਾ, ਦੇਖੋ ਜਿਹੜੇ ਬਲਾਕ ਦੇ ਵਿੱਚ ਕਸਟਮਰ ਰਹਿ ਰਹੇ ਆ ਉਹਨਾਂ ਦੇ ਥੱਲੇ ਬੇਸਮੈਂਟ ਨਹੀਂ ਹੈਗੀ। ਰੈਂਪ ਆਪਾਂ ਕਿਸ ਲਈ ਬਣਾ ਰਹੇ ਹਾਂ? ਬੇਸਮੈਂਟ ਦੇ ਲਈ। ਬੇਸਮੈਂਟ ਕਿਹੜੇ ਬਲਾਕ 'ਚ ਹੈ? ਜਿਹੜੇ ਬਲਾਕ ਦੇ ਨਾਲ ਹੈਗਾ ਰੈਂਪ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ। ਤਾਂ ਇਹੀ ਖੜਾ ਹੁੰਦਾ ਨਾ ਵੀ ਕੀ ਤੁਸੀਂ ਬੇਸਮੈਂਟ ਤੋਂ 11 ਮੰਜ਼ਿਲਾ ਖੜਾ ਕਰਕੇ ਹਾਂਜੀ, ਮੈਂ ਤੁਹਾਨੂੰ ਦੱਸਦਾ ਦੇਖੋ ਕਈ ਟੈਕਨੀਕਲ ਰੀਜ਼ਨਸ ਹੁੰਦੀਆਂ ਨੇ। ਕਿਸੇ ਚੀਜ਼ ਨੂੰ ਪਹਿਲਾਂ ਬਣਾਉਣਾ ਬਣਦੀ ਬਲਾਕ ਦੇ ਨਾਲ ਹੀ ਹੈ ਇਕੱਠੇ ਹੋ ਕੇ, ਲੇਕਿਨ ਕੋਈ ਸਟੇਜ ਇੱਕ ਅਲੱਗ ਹੁੰਦੀ ਹੈ ਸਟਰਕਚਰ ਕੰਪਲੀਟ ਹੋਣ ਦੀ, ਇੱਕ ਸਟਰਕਚਰ ਦੀ ਸਟੇਜ ਸੈਕਿੰਡ ਹੁੰਦੀ ਹੈ ਕੰਪਲੀਟ ਹੋਣ ਦੀ। ਤੇ ਇਹ ਚੀਜ਼ ਕਰਕੇ ਰੈਂਪ ਇੱਕੋ ਸਰਟੀਫਿਕੇਟ ਦੀ ਵੀ ਗੱਲ ਕਰ ਰਹੇ ਸੀ ਬਿਨਾਂ ਕੰਪਲੀਸ਼ਨ। ਇਹਦੇ ਬਾਰੇ ਮੇਰੀ ਨੌਲੇਜ 'ਚ ਕੋਈ ਚੀਜ਼ ਨਹੀਂ, ਮੈਨੂੰ ਜਿੰਨਾ ਹੀ ਨੌਲੇਜ ਹੈਗੀ ਹੈ ਉਹ ਤੁਹਾਨੂੰ ਮੈਂ ਦੱਸਿਆ ਕਿ ਸੁਣ ਲਓ ਪਹਿਲਾਂ ਮੇਰੀ ਗੱਲ ਜੀ। ਜਿੰਨੀ ਮੈਨੂੰ ਨੌਲੇਜ ਹੈਗੀ ਹੈ, ਸਾਡੇ ਸਾਰੇ ਮੈਪਸ ਸਾਡੇ ਜਿਹੜੀ ਅਥਾਰਟੀਜ਼ ਅਪਰੂਵਲ ਅਥਾਰਟੀਜ਼ ਹੁੰਦੀਆਂ ਨੇ ਉਹਨਾਂ ਤੋਂ ਅਪਰੂਵਡ ਹੈਗੇ ਨੇ, MC ਤੋਂ ਅਪਰੂਵਡ ਹੈਗੇ ਸਾਡੇ ਨਕਸ਼ੇ। ਤੇ ਉਹਦੇ 'ਚ ਜਿੰਨਾ ਮੈਨੂੰ ਪਤਾ ਉਹ ਤੁਹਾਨੂੰ ਮੈਂ ਦੱਸ ਰਿਹਾ। ਵਾਟਰ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉਹਦਾ ਪਾਣੀ ਕਹਿੰਦੇ ਬਾਹਰ ਸੱਟੀ ਜਾਂਦੇ ਨੇ, ਅਸੀਂ ਵੀ ਦੇਖ ਕੇ ਆਏ ਹਾਂ ਵੀ ਸਾਰਾ ਪਾਣੀ ਬਾਹਰ ਜਾਂਦਾ ਪਿਆ ਮੋਨਾ ਸਿਟੀ ਦਾ। ਸਰ ਤੁਹਾਨੂੰ ਦੇਖੋ ਉਹੀ ਗੱਲ ਹੁੰਦੀ ਹੈ, ਜਿਹੜਾ ਟ੍ਰੀਟਡ ਵਾਟਰ ਹੁੰਦਾ ਹੈ ਉਹ ਆਪਾਂ ਬਾਹਰ ਸਿੱਟ ਸਕਦੇ ਹਾਂ। ਟ੍ਰੀਟਡ ਪਲਾਂਟ ਲਾਇਆ ਜਾਂਦਾ ਹੈ ਕਿ ਪਾਣੀ ਜਿਹੜਾ ਤੁਹਾਡੀ ਆਪਣੀ ਵੇਸਟ ਹੁੰਦੀ ਹੈ ਉਹਨੂੰ ਟ੍ਰੀਟ ਕੀਤਾ ਜਾਵੇ, ਤੇ ਜਿਹੜਾ ਉਹਦਾ ਵੇਸਟ ਪਾਣੀ ਹੈ ਉਹਦੇ ਵਿੱਚੋਂ ਕੁਝ ਪਾਰਟ ਟ੍ਰੀਟ ਹੋਣ ਤੋਂ ਬਾਅਦ ਓਪਨ ਡਰੇਨ ਦੇ ਵਿੱਚ ਅਕੋਰਡਿੰਗ ਟੂ ਨੋਰਮਸ ਬਾਹਰ ਸਿੱਟ ਸਕਦੇ ਹਾਂ। ਕੁਝ ਨੂੰ ਯੂਜ਼ ਕਰਨਾ ਹੁੰਦਾ ਪਾਰਕ ਦੇ ਵਿੱਚ, ਕੁਝ ਨੂੰ ਯੂਜ਼ ਕਰਨਾ ਹੁੰਦਾ ਕਿਤੇ ਹੋਰ ਚੀਜ਼ਾਂ ਦੇ ਵਿੱਚ, ਲੈਂਡਸਕੇਪਿੰਗ ਦੇ ਵਿੱਚ। ਹੋ ਸਕਦਾ ਕੁਝ ਪਾਣੀ ਬਾਹਰ ਗਿਆ ਹੋਵੇ। ਹਰਮਨ ਜੀ, ਕਾਰਨ ਕਿੱਥੇ ਰਹਿ ਗਿਆ ਵੀ ਆਪਾਂ ਕੀ ਕਰੀਏ ਕਿ ਢਿੱਲ ਕਿੱਥੇ ਰਹਿ ਗਈ ਕਿ ਕਿਉਂ ਨਹੀਂ ਸੈਟੀਸਫਾਈਡ ਕਰਵਾ ਪਾਏ ਤੁਸੀਂ ਜਿਹੜੇ ਤੁਹਾਡੇ? ਸਰ ਦੇਖੋ ਇੱਥੇ ਮੇਰੇ ਕੋਲ ਇਹ ਬਲਾਕ ਦੇ ਵਿੱਚ 105 ਕਸਟਮਰ ਨੇ, ਫਲੈਟ ਨੇ ਜੀ। 105 ਦੇ ਵਿੱਚੋਂ ਆਲਮੋਸਟ 85 to 90 ਫਲੈਟਸ ਹੈਂਡਓਵਰ ਹੋ ਗਏ ਹੋਣਗੇ, ਆਈਡੀਆ ਨਾਲ ਦੱਸ ਰਿਹਾ ਇੱਕ ਗੈਸ ਜਾਂ ਅਪਰੋਕਸੀਮੇਟਲੀ। ਉਹਨਾਂ ਦੇ ਵਿੱਚੋਂ ਕੁਝ ਹੀ ਕਸਟਮਰ ਨੇ ਜਿਨ੍ਹਾਂ ਨੂੰ ਤਕਲੀਫ ਹੈ, ਠੀਕ ਹੈ ਜੀ। ਤੇ ਹੁਣ ਮੈਂ ਪਰਟੀਕੂਲਰਲੀ ਕਿਸੇ ਦਾ ਨਹੀਂ ਕਹਿ ਸਕਦਾ, ਜੋ ਮੇਰੀ ਆਬਜ਼ਰਵੇਸ਼ਨ ਹੈ ਉਹ ਤੁਹਾਨੂੰ ਮੈਂ ਦੱਸਦੀ ਹੈ। ਅੱਛਾ, ਤੁਸੀਂ ਫਿਰ ਹੁਣ ਅੱਗੇ ਕੀ ਪ੍ਰਕਿਰਿਆ ਰਹੂਗੀ? ਸਾਡੀ ਪ੍ਰਕਿਰਿਆ ਦੇਖੋ, ਪਹਿਲਾ ਪੁਆਇੰਟ ਜਿਹੜਾ ਇਹਨਾਂ ਨੇ ਰੇਜ਼ ਕੀਤਾ ਹੈ ਉਹ ਇਹੀ ਹੈ ਕਿ ਜਿਹੜਾ ਹੁਣ ਮੰਡੇ ਤੱਕ ਸਾਡੇ ਜੋ ਸਾਡੀਆਂ ਅਥਾਰਟੀਜ਼ ਨੇ ਉਹਨਾਂ ਦੇ ਟੈਕਨੀਕਲ ਬੰਦੇ ਨੇ ਉਹਨਾਂ ਨੇ ਸਾਨੂੰ ਜੋ ਗਾਈਡਲਾਈਨਸ ਪ੍ਰੋਵਾਈਡ ਕੀਤੀਆਂ ਹੋਈਆਂ ਅਸੀਂ ਉਹ ਫੋਲੋ ਕਰ ਰਹੇ ਹਾਂ, ਐਂਡ ਵੀ ਵਿਲ ਬੀ ਵੇਟਿੰਗ ਟਿਲ ਮੰਡੇ ਸੋ ਦੈਟ ਫਰਦਰ ਕੋਰਸ ਆਫ ਐਕਸ਼ਨ ਡਿਸਾਈਡ ਹੋ ਸਕੇ। ਇਸ ਸੰਬੰਧੀ ਜਦੋਂ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫਸਰ ਸੰਗੀਤ ਆਲੂਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੰਪਨੀ ਦੇ ਅਧਿਕਾਰੀ ਉਹਨਾਂ ਦੇ ਕਹਿਣ ਤੇ ਵੀ ਕੰਮ ਨਹੀਂ ਸੀ ਰੋਕ ਰਹੇ। ਉਹਨਾਂ ਵੱਲੋਂ ਪੁਲਿਸ ਨੂੰ ਮੌਕੇ ਤੇ ਭੇਜ ਕੇ ਕੰਮ ਰੁਕਵਾਇਆ ਗਿਆ ਹੈ। ਨਗਰ ਪਾਲਿਕਾ ਵੱਲੋਂ ਵੀ ਐਕਸ਼ਨ ਲਿੱਤਾ ਜਾ ਰਿਹਾ ਹੈ। we can't guard each and every building, we can't scrutinize। ਕੁਝ ਸਾਨੂੰ ਜੋ ਆਏਗਾ ਅਸੀਂ ਕੰਮ ਬੰਦ ਕਰਾਤਾ, ਪੁਲਿਸ ਨੂੰ ਲਿਖਤਾ ਤੇ ਕੰਮ ਸ਼ੁਰੂ ਕਰੇਗਾ ਤੇ ਇਹ ਤਾਂ ਹੁਣ ਉਹਨਾਂ ਦੀ ਸੈਟੀਸਫੈਕਸ਼ਨ ਸੀ ਲੋਕਾਂ ਦੀ। ਅੱਛਾ, ਤੇ ਜਿਹੜੇ ਉੱਥੇ ਪਬਲਿਕ ਅੰਦਰ ਰਹਿ ਰਹੇ ਹੈ ਉਹਨਾਂ ਨੂੰ ਵੀ ਕੋਈ ਤੁਸੀਂ ਹਦਾਇਤ ਕੀਤੀ? ਅਸੀਂ ਨਹੀਂ ਕਰ ਸਕਦੇ, ਅਸੀਂ ਉਹਨੂੰ ਕਿਹਾ ਜੀ ਤੁਹਾਨੂੰ ਜੇ ਲੱਗਦਾ ਹੈ ਤਾਂ ਛੱਡੋ, ਤੇ ਮਤਲਬ ਕਿ ਉਹ ਕਹਿੰਦੇ ਨਹੀਂ ਵੀ ਜੇ ਸਾਨੂੰ ਇਹ ਅਸ਼ੋਰੈਂਸ ਦਿੰਦੇ ਆ ਕਿ ਨਹੀਂ ਗਿਰਦੀ ਅਸ਼ੋਰੈਂਸ ਉਹਨੇ ਤਾਂ ਉनको ਅਨਫੋਰਚੂਨੇਟ ਇਨਸੀਡੈਂਟ ਆਪਾਂ ਤਾਂ ਕੋਈ ਅਸ਼ੋਰੈਂਸ ਦੇ ਨਹੀਂ ਨਾ ਸਕਦੇ। ਜਦੋਂ ਲੱਗਦਾ ਤਾਂ ਸ਼ਿਫਟ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ ਉਹਨੂੰ ਸ਼ਿਫਟ ਜੇ ਮੈਨੂੰ ਲੱਗਦਾ। ਪਰ ਜੋ ਉੱਥੇ ਮੌਕੇ ਤੇ ਸਾਡੇ ਮਾਨ ਸਾਹਿਬ ਦੀ ਅਤੇ ਟੈਕਨੀਕਲੀ ਸਾਊਂਡ ਹੈ, ਜਿਹੜੀ ਆਊਟਰ ਬ੍ਰਿਕਸ ਹੁੰਦੀ ਆ ਉਹਦੇ ਵਿੱਚ ਕਰੈਕ ਸੀਗੀਆਂ। ਸਾਡੇ ਕਹਿਣ ਤੇ ਨਾ ਡਿਪੈਂਡ ਕਰਨਾ ਚਾਹੀਦਾ ਜੇ ਮੰਨ ਲਓ ਬਿਲਡਿੰਗ ਗਿਰਦੀ ਹੈ ਨਹੀਂ ਗਿਰਦੀ, ਸੇਫਟੀ ਲਾਈਫ ਤੋਂ ਉੱਪਰ ਤਾਂ ਕੁਝ, ਹਾਂ ਲਾਈਫ ਤੋਂ ਉੱਪਰ ਤਾਂ ਕੁਝ ਨਹੀਂ। ਬਿਲਕੁਲ, ਮੈਂ ਤਾਂ ਚਾਹੁੰਦਾ ਸੀਗਾ ਵੀ ਜੇ ਜਾਣ ਪਰ ਉਹ ਵੀ ਥੋੜਾ ਲੇਜ਼ਰ ਲੈ ਰਹੇ ਸੀ, ਲੇਜ਼ਰ ਲਈ ਵੀ ਠੀਕ ਹੈ, ਨੋ ਡਾਊਟ ਨੁਕਸਾਨ ਹੈ, ਪਰ ਜੋ ਖੁਦਾਈ ਜੀ ਹੋਈ ਹੈ ਜੇ ਉਹ ਹੋਰ ਹੁੰਦੀ ਫਿਰ ਕੁਛ ਨਾ ਕੁਛ ਹੋ ਜਾਂਦਾ। ਠੀਕ ਹੈ। ਹਾਂ, ਬਾਕੀ ਤਾਂ ਹੁਣ ਉਹਨੂੰ ਬਿਲਡਰ ਨੂੰ ਚਾਹੀਦਾ ਕਿਉਂਕਿ ਇਹ ਵੀ ਬਿਲਡਿੰਗ ਉਹਦੀ ਹੈ, ਉਹ ਵੀ ਉਹਦੀ ਬਿਲਡਿੰਗ ਹੈ, ਦੋਨੋਂ ਬਿਲਡਿੰਗਾਂ ਉਹਦੀਆਂ ਨਾ। ਜ਼ਿੰਮੇਵਾਰੀ ਤਾਂ ਪ੍ਰਾਇਮਰੀ ਉਹਦੀ ਬਣਦੀ ਹੈ। ਸਾਡਾ ਕੰਮ ਰੁਕਾਉਣ ਦਾ ਸੀਗਾ ਤੇ ਉਹੀ ਲੋਕ ਚਾਹੁੰਦੇ ਸੀ ਕੰਮ ਰੁਕਾਓ। ਉਹਨਾਂ ਦੀ ਉੱਪਰ ਰਿਕਾਰਡਿੰਗ ਹੈ, ਉਹ ਕਹਿੰਦੇ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਕੰਮ ਰੁਕਾਇਆ। ਉਹ ਰੋਕਣਾ ਨਹੀਂ ਚਾਹੁੰਦਾ ਸੀ, ਲੜਾਈ ਝਗੜਾ ਕਰ ਰਹੇ ਸੀ ਜੀ, ਫਿਰ ਪੁਲਿਸ ਨੂੰ ਭੇਜਣ ਨਾਲ ਦੀ ਨਾਲ ਲੜਾਈ ਝਗੜਾ ਹੋ ਰਿਹਾ ਜੀ। ਵੀ ਦੇਖੋ, ਹਾਂਜੀ। ਅੱਛਾ, ਬਿਲਡਰ ਰੋਕਣਾ ਨਹੀਂ, ਬਿਲਡਰ ਰੋਕਣਾ ਨਹੀਂ ਲੱਗ ਰਿਹਾ ਲੋਕ ਰੋਕ ਨਹੀਂ ਰਿਹਾ ਹੁਣ। ਉਹਦੇ ਬਿਲਡਰ ਤਾਂ ਹੈ ਨਹੀਂ ਸੀ, ਆਪ ਉਹਦੇ ਇੰਜੀਨੀਅਰ ਜਿਹੜੇ ਕਰਿੰਦੇ ਹੁੰਦੇ ਆ ਉਹ ਰੋਕ ਨਹੀਂ ਰਹੇ ਸੀ। ਓਕੇ ਓਕੇ। ਬਿਲਡਰ ਤਾਂ ਕਿਉਂ ਚਾਹੇਗਾ ਵੀ ਮੇਰੇ ਕਿਸੇ ਪ੍ਰੋਜੈਕਟ ਨੂੰ ਕੁਛ ਹੋਵੇ।
ਜਿਹੜਾ ਹੇਠਲਾ ਸਟਾਫ ਹੁੰਦਾ ਉਹ ਆਪ ਡਿਸੀਜਨ ਲੈ ਲੈਂਦਾ ਵੀ ਕਰਕੇ ਹੋਣਾ। ਚਲੋ ਅਸੀਂ ਨਾਲ ਦੀ ਨਾਲ ਪੁਲਿਸ ਭੇਜੀ ਐਸਐਚਓ ਸਾਹਿਬ ਦੀ, ਤੁਸੀਂ ਜਿਹੜੀ ਦੇਖੀ ਹੋਣੀ ਹੈ ਜਿਹੜਾ ਉਹ ਡੇਵਿਡ ਵਰਮਾ ਦੀ ਹੈ ਉਹਦੇ ਵਿੱਚ ਹਾਂਜੀ। ਉਹ ਸੀ ਉਹ ਲਿਖੀ ਸੀ ਲੈਟਰ। ਬਿਊਰੋ ਰਿਪੋਰਟ, ਰੀਅਲ ਫਲੇਵਰਸ ਨਿਊਜ਼।